ਲੈਂਟਰ ਪੈ ਚੁੱਕਿਆ ਸੀ, ਪਲਸਤਰ ਹੋ ਰਿਹਾ ਸੀਗਾ ਤੇ ਅਚਾਨਕ ਇੱਕਦਮ ਸਲੈਬ ਜਿਹਾ ਆਇਆ ਜਿੱਦਾਂ ਭੁਚਾਲ ਜਿਹਾ ਹੁੰਦਾ। 9 ਤੋਂ 9:30 ਦੇ ਵਿਚਾਲੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਰੈਸਕਿਊ ਟੀਮਾਂ ਹੈਗੀਆਂ ਨੇ ਉਹ ਲੱਗੀਆਂ ਹੋਈਆਂ ਨੇ, ਕ੍ਰੇਨਾਂ ਇੱਥੇ ਤਾਇਨਾਤ ਨੇ, ਕਟਰ ਦੇ ਨਾਲ ਕੱਟਿਆ ਜਾ ਰਿਹਾ ਲੈਂਟਰ। ਸੋ ਸਾਹਮਣੇ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਲਾਸ਼ ਹੋਰ ਮਲਬੇ ਦੇ ਹੇਠੋਂ ਮਿਲੀ ਹੈ। ਇਹ ਤੀਸਰੀ ਲਾਸ਼ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ 2 ਲਾਸ਼ਾਂ ਨੂੰ ਕੱਢ ਦਿੱਤਾ ਗਿਆ ਕਿ ਕਿਸ ਤਰ੍ਹਾਂ ਕਟਰ ਦੀ ਮਦਦ ਦੇ ਨਾਲ ਇੱਥੇ ਰੈਸਕਿਊ ਟੀਮਾਂ ਲੱਗੀਆਂ ਹੋਈਆਂ ਨੇ। ਇੱਥੋਂ ਇਸ ਜਗ੍ਹਾ ਤੋਂ ਇਹ ਲਾਸ਼ ਨੂੰ ਕੱਢਿਆ ਗਿਆ, ਮਲਬੇ ਦੇ ਹੇਠਾਂ ਦੱਬੀ ਗਈ ਸੀ ਇਹ ਲਾਸ਼, ਸਰੀਏ ਕੱਟ ਕੇ ਕੱਢਿਆ ਗਿਆ। ਕ੍ਰੇਨ ਦੀ ਮਦਦ ਦੇ ਨਾਲ ਰੋਕਿਆ ਗਿਆ ਸੰਗਲ ਪਾ ਕੇ ਤਾਂ ਜੋ ਹੋਰ ਹੇਠਾਂ ਨਾ ਡਿੱਗੇ ਤੇ ਜਿਹੜੇ ਲੋਕ ਥੱਲੇ ਹੈਗੇ ਨੇ ਉਹਨਾਂ ਨੂੰ ਕੱਢਿਆ ਜਾ ਸਕੇ। 2 ਵਿਅਕਤੀ, ਇੱਕ ਦੀ ਮੌਤ ਦੱਸੀ ਜਾ ਰਹੀ ਹੋ ਚੁੱਕੀ ਹੈ ਪਰ ਇੱਕ ਵਿਅਕਤੀ ਹਾਲੇ ਵੀ ਰਮੇਸ਼ ਨਾਮ ਦਾ ਥੱਲੇ ਦੱਬਿਆ ਹੋਇਆ ਹੈ। 3 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਨੇ, ਇੱਕ ਲਾਸ਼ ਥੱਲੇ ਹੈਗੀ ਹੈ। ਇੱਕ ਇਹ ਹੈ ਜੀ, 2 ਜਾ ਚੁੱਕੀ ਹੈ ਤੇ ਇੱਕ ਵਿਅਕਤੀ ਜਿਉਂਦਾ ਦੱਸਿਆ ਜਾ ਰਿਹਾ ਹਾਲੇ ਥੱਲੇ, ਉਹਦੀ ਆਵਾਜ਼ ਆ ਰਹੀ ਹੈ। ਉਹ 7 ਬੰਦੇ ਆ ਜੀ ਨੀਚੇ, ਹਾਲੇ 7 ਬੰਦੇ ਹੋ ਰਹੇ ਨੇ। 9 ਬੰਦੇ ਟੋਟਲ ਹੈ ਜੀ। ਬਹੁਤ ਹੀ ਇੱਕ ਦੁਖਦਾਈ ਘਟਨਾ ਵਾਪਰੀ ਹੈ ਤੇ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਾਰਨ ਕੀ ਹੈਗਾ ਕਿ ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ ਮੋਹਯਾਲ। ਇਸ ਵੇਲੇ ਅਸੀਂ ਡੇਰਾਬੱਸੀ ਵਿੱਚ ਖੜੇ ਹੋਏ ਹਾਂ। ਮੀਰਾ ਮੱਲ ਮੁਹੱਲਾ ਹੈਗਾ, ਬਿਲਕੁਲ ਦੁਸ਼ਹਿਰਾ ਗਰਾਊਂਡ ਦੇ ਲਾਗੇ ਬੱਸ ਸਟੈਂਡ ਦੇ ਬੈਕ ਸਾਈਡ ਤੇ ਪੈ ਜਾਂਦਾ। ਇੱਥੇ ਇਮਾਰਤ ਡਿੱਗੀ ਹੈ। ਇਮਾਰਤ ਦੇ ਵਿੱਚ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋਈ ਹੈ ਤੇ ਇਸ ਇਮਾਰਤ ਦੇ ਜਿਹੜੇ ਮਾਲਕ ਨੇ ਮਾਸਟਰ ਹਰਦੇਵ ਸਿੰਘ, ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਤੇ ਉਹ ਜ਼ਖਮੀ ਹੋਏ ਨੇ, ਨਾਲ ਇੱਕ ਵਿਅਕਤੀ ਹੋਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮਲਬਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮਲਬਾ ਪਿਆ ਹੋਇਆ ਹੈ। ਦੁਕਾਨਾਂ ਇੱਥੇ ਬਣਾਈਆਂ ਜਾ ਰਹੀਆਂ ਸਨ। ਇਹ ਦੁਕਾਨਾਂ ਦਾ ਮਲਬਾ ਹੈਗਾ। ਲੈਂਟਰ ਡਿੱਗਿਆ, ਲੈਂਟਰ ਦੇ ਹੇਠਾਂ ਦੱਬ ਕੇ ਵਿਅਕਤੀ, ਪਹਿਲਾਂ ਦੱਸਿਆ ਜਾ ਰਿਹਾ ਸੀਗਾ ਕਿ ਇੱਥੇ 9 ਵਿਅਕਤੀ ਦੱਬੇ ਨੇ ਪਰ NDRF ਦੀਆਂ ਟੀਮਾਂ ਇੱਥੇ ਲੱਗੀਆਂ ਰਹੀਆਂ, ਪੁਲਿਸ ਮੁਲਾਜ਼ਮ ਵੀ ਪੰਜਾਬ ਦੇ ਇੱਥੇ ਤਾਇਨਾਤ ਸਨ ਤੇ 3 ਲਾਸ਼ਾਂ ਕੱਢੀਆਂ ਗਈਆਂ ਤੇ ਇੱਕ ਮਾਲਕ ਜੋ ਇੱਥੋਂ ਦੇ ਹੈਗੇ ਨੇ ਇਮਾਰਤ ਦੇ, ਉਹ ਜ਼ਖਮੀ ਹੋਏ, ਉਹਨਾਂ ਨੂੰ 32 ਸੈਕਟਰ ਹਸਪਤਾਲ ਦਾਖਲ ਕਰਵਾਇਆ ਗਿਆ। ਇੰਜਰਡ ਦੱਸੇ ਜਾ ਰਹੇ ਨੇ ਤੇ ਫ੍ਰੈਕਚਰ ਆਇਆ ਉਹਨਾਂ ਦਾ ਦੱਸਿਆ ਜਾ ਰਿਹਾ ਤੇ ਕਾਰਨ ਕੀ ਰਹੇ ਇਸ ਇਮਾਰਤ ਡਿੱਗਣ ਦੇ, ਉਸ ਉੱਤੇ ਤੁਹਾਨੂੰ ਕੁਝ ਮੇਨ ਬਿੰਦੂ ਤੁਹਾਨੂੰ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਲਗਭਗ 100 ਫੁੱਟ 1.25 ਫੁੱਟ ਹੋਏਗਾ ਇਹ ਲੰਬਾਈ, ਜਿੱਥੇ ਦੁਕਾਨਾਂ ਛੱਤੀਆਂ ਜਾ ਰਹੀਆਂ ਸਨ। ਆਈ ਥਿੰਕ 1 2 3 4 5 6 7 8 9 10 ਦੁਕਾਨਾਂ ਇੱਥੇ ਸਨ। 10 ਦੁਕਾਨਾਂ 1.25 ਫੁੱਟ ਦੀ ਲੰਬਾਈ ਦੇ ਵਿੱਚ, ਮਤਲਬ ਕਿ ਇਸ ਨੂੰ ਮਜ਼ਬੂਤ ਨੀਹਾਂ ਦੀ ਲੋੜ ਸੀ। ਇਸ ਇਮਾਰਤ ਨੂੰ ਨੀਹਾਂ ਇਸ ਦੀਆਂ ਮਜ਼ਬੂਤ ਸਨ ਜਾਂ ਨਹੀਂ, ਇਸ ਉੱਤੇ ਚਰਚਾ ਕਰਾਂਗੇ। ਬਿਲਕੁਲ ਤੁਸੀਂ ਸਾਹਮਣੇ ਦਾ ਦ੍ਰਿਸ਼ ਦੇਖੋ। ਮੈਂ ਆਪਣੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਥੋੜ੍ਹਾ ਇਮਾਰਤ ਦੇ ਉੱਪਰ ਚੜ੍ਹ ਕੇ ਪੂਰਾ ਦ੍ਰਿਸ਼ ਦਿਖਾਉਣ ਕਿ ਸਾਹਮਣੇ ਕਿਵੇਂ 10 ਦੁਕਾਨਾਂ ਜਿਹੜੀਆਂ ਹੈਗੀਆਂ ਨੇ, ਬਿਲਕੁਲ ਸੇਮ ਇੱਦਾਂ ਦੀਆਂ ਹੀ ਦੁਕਾਨਾਂ ਇੱਧਰ ਬਣਾਈਆਂ ਗਈਆਂ। ਇਹ ਮੀਰਾ ਮੱਲ ਮੁਹੱਲਾ ਤੇ ਇਹਦੇ ਵਿੱਚ 10 ਦੁਕਾਨਾਂ ਇੱਧਰ, 10 ਦੁਕਾਨਾਂ ਉੱਧਰ। ਸਭ ਤੋਂ ਪਹਿਲਾਂ ਵੱਡਾ ਸਵਾਲ ਪੈਦਾ ਇਹ ਹੁੰਦਾ ਕਿ ਰਿਹਾਇਸ਼ੀ ਇਲਾਕਾ ਹੈ, ਰਿਹਾਇਸ਼ੀ ਇਲਾਕੇ ਦੇ ਵਿੱਚ ਬਾਜ਼ਾਰ ਕਿੱਦਾਂ ਬਣ ਗਿਆ। ਆਪਣੇ ਆਪ ਦੇ ਵਿੱਚ ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਨੇ, ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਬਾਜ਼ਾਰ ਬਣਾਉਣ ਦੀ ਇਜਾਜ਼ਤ ਕਿਵੇਂ ਮਿਲ ਗਈ, ਕਿੱਥੋਂ ਮਿਲ ਗਈ ਇਜਾਜ਼ਤ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਇਮਾਰਤ ਕਿਉਂ ਡਿੱਗੀ। ਤੁਹਾਨੂੰ ਵੱਡਾ ਕਾਰਨ ਦੱਸਦੇ ਹਾਂ, ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕੋਈ ਵੀ ਇਮਾਰਤ ਹੁੰਦੀ ਹੈ ਉਸ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ, ਉਸ ਦੇ ਪਿੱਲਰ ਮਜ਼ਬੂਤ ਹੋਣੇ ਚਾਹੀਦੇ ਨੇ। ਜੇ ਪਿੱਲਰ ਮਜ਼ਬੂਤ ਨੇ ਤਾਂ ਉਹ ਇਮਾਰਤ ਸਹੀ ਢੰਗ ਨਾਲ ਖੜੀ ਹੋ ਸਕਦੀ ਹੈ। ਤੁਸੀਂ ਇਹਦੇ ਬਿਲਕੁਲ ਸਾਹਮਣੇ ਇਮਾਰਤ ਦੇਖ ਸਕਦੇ ਹੋ। ਇਹ ਜਿਹੜਾ ਪਿੱਲਰ ਬਣਿਆ ਹੋਇਆ ਤੁਸੀਂ ਦੇਖੋ, ਇੱਟਾਂ ਦੇ ਨਾਲ ਇਹ ਪਿੱਲਰ ਬਣਿਆ ਹੋਇਆ। ਇਹ ਜਿੰਨੇ ਵੀ ਇੱਥੇ ਪਿੱਲਰ ਨੇ ਇਹ ਇੱਟਾਂ ਦੇ ਬਣੇ ਹੋਏ ਨੇ ਤੇ ਇੱਟਾਂ ਦੇ ਨਾਲ ਮਤਲਬ ਕਿ ਇਹਨਾਂ ਪਿੱਲਰਾਂ ਦੇ ਵਿੱਚ ਪਹਿਲੀ ਗੱਲ ਤਾਂ ਕੰਕਰੀਟ ਪੈਣਾ ਚਾਹੀਦਾ ਸੀ। ਕੰਕਰੀਟ ਦਾ ਮਤਲਬ ਕਿ ਸਰੀਆ, ਬਜਰੀ ਪੈਣੀ ਚਾਹੀਦੀ ਸੀ ਵਿੱਚ, ਉਹਦੇ ਸੀਮੈਂਟ ਪੈਣਾ ਚਾਹੀਦਾ ਸੀਗਾ, ਉਹ ਵੀ ਚੰਗੀ ਕੰਪਨੀ ਦਾ, ਕਿਉਂਕਿ ਇਹਨਾਂ ਪਿੱਲਰਾਂ ਨੇ ਹੀ ਛੱਤ ਦਾ ਜਿਹੜਾ ਭਾਰ ਹੈਗਾ ਉਹ ਚੁੱਕਣਾ ਹੁੰਦਾ। ਤੇ
ਸਭ ਤੋਂ ਪਹਿਲੀ ਵੱਡੀ ਕਮੀ ਤਾਂ ਇੱਥੇ ਨਜ਼ਰ ਆ ਰਹੀ ਹੈ, ਕਿਉਂਕਿ ਦੱਸਿਆ ਜਾ ਰਿਹਾ ਇੱਥੇ ਕਿ ਇੱਥੇ ਪਿੱਲਰ ਕਮਜ਼ੋਰ ਸਨ, ਇੱਟਾਂ ਦੇ ਪਿੱਲਰ ਬਣਾਏ ਗਏ ਸਨ ਤੇ ਖਾਸ ਤੌਰ ਤੇ ਪਿੱਲਰਾਂ ਦੇ ਵਿੱਚ ਜਦੋਂ ਇੱਟਾਂ ਲੱਗੀਆਂ ਹੋਈਆਂ ਸਨ ਤੇ ਉਹ ਜਦੋਂ ਇਮਾਰਤ ਹਿੱਲੀ ਤੇ ਉਹਦਾ ਭਾਰ ਨਹੀਂ ਚੱਲ ਸਕੇ। ਦੂਜਾ ਵੱਡਾ ਜਿਹੜਾ ਇੱਥੇ ਕਮੀ ਨਜ਼ਰ ਆ ਰਹੀ ਹੈ, ਤੁਸੀਂ ਦੇਖੋ ਕਿ ਛੱਤ ਦਾ ਬੈਕ ਸਾਈਡ ਏਰੀਆ, ਉੱਥੇ ਵੀ ਜਿਹੜਾ ਸਰੀਆ ਪੈਂਦਾ ਹੁੰਦਾ, ਸਰੀਏ ਨੂੰ ਸਪੇਸ ਚਾਹੀਦੀ ਹੁੰਦੀ ਹੈ, ਘੱਟੋ ਘੱਟ ਇੰਨੀ ਸਪੇਸ ਚਾਹੀਦੀ ਹੁੰਦੀ ਹੈ, 9 ਇੰਚ ਸਪੇਸ ਚਾਹੀਦੀ ਹੁੰਦੀ ਹੈ। ਜੇ 9 ਇੰਚ ਸਪੇਸ ਨਹੀਂ ਮਿਲਦੀ ਤੇ ਉਹ ਜਿਹੜੀ ਇਮਾਰਤ ਹੈਗੀ ਹੈ ਉਹ ਡਿੱਗਣ ਦਾ ਜ਼ਿਆਦਾ ਚਾਂਸ ਬਣ ਜਾਂਦਾ। ਆਓ ਹੁਣ ਤੁਹਾਨੂੰ ਉਸੇ ਇਮਾਰਤ 'ਤੇ ਲੈ ਕੇ ਚੱਲਦੇ ਹਾਂ ਕਿ ਕਿੱਥੇ ਕਿੱਥੇ ਕਮੀ ਨਜ਼ਰ ਆ ਰਹੀ ਹੈ। ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਇਹ ਇਮਾਰਤ ਪਿੱਛੇ ਜਿਹੜਾ ਲੈਂਟਰ ਇਸ ਦਾ ਡਿੱਗਿਆ ਗਿਆ, ਇਹ ਦੇਖੋ ਇੱਥੇ 9 ਇੰਚ ਦੀ ਸਪੇਸ ਪਹਿਲਾਂ ਤਾਂ ਨਜ਼ਰ ਨਹੀਂ ਆ ਰਹੀ, ਕਿਉਂਕਿ ਪ੍ਰੋਪਰ ਉਸ ਢੰਗ ਨਾਲ ਇੱਕ ਚੰਗਾ ਸੀਮੈਂਟ ਲੱਗਿਆ ਵੀ ਨਜ਼ਰ ਨਹੀਂ ਆ ਰਿਹਾ, ਚੰਗਾ ਸੀਮੈਂਟ ਨਜ਼ਰ ਨਹੀਂ ਆ ਰਿਹਾ, ਮਿਕਸ ਗਾਰ ਨਾਲ ਜਿਹੜੀ ਉਸਾਰੀ ਕੀਤੀ ਨਜ਼ਰ ਆ ਰਹੀ ਹੈ। ਦੂਜੀ ਵੱਡੀ ਗੱਲ ਹੈਗੀ ਹੈ ਕਿ 125 ਫੁੱਟ ਲੰਬਾਈ ਹੋਵੇ, 10 ਦੁਕਾਨਾਂ ਬਣਨੀਆਂ ਹੋਣ, ਉਹਦੇ ਵਿੱਚ ਸਰੀਆ ਜਿਹੜਾ ਹੁੰਦਾ ਉਹ ਮੋਟਾ ਚਾਹੀਦਾ ਹੁੰਦਾ, ਘੱਟੋ ਘੱਟ ਵਿੱਚ ਉਹਦੇ 16 mm ਸਰੀਆ ਹੋਣਾ ਚਾਹੀਦਾ, ਪਰ ਜਿੱਥੇ ਤੱਕ ਨਜ਼ਰ ਆ ਰਿਹਾ ਕਿ 12 mm ਸਰੀਆ ਜ਼ਿਆਦਾਤਰ ਜਿਹੜਾ ਹੈਗਾ ਇਮਾਰਤ ਦੇ ਵਿੱਚ ਯੂਜ਼ ਕੀਤਾ ਗਿਆ। ਖੈਰ ਜੇ 12 mm ਕੀਤਾ ਵੀ ਗਿਆ ਸੀ, ਇਮਾਰਤ ਤਾਂ ਵੀ ਨਹੀਂ ਕਈ ਵਾਰੀ ਡਿੱਗਦੀ ਹੁੰਦੀ ਜੇ ਉਸ ਦੀਆਂ ਨੀਹਾਂ ਮਜ਼ਬੂਤ ਹੋਣ। ਹੁਣ ਤੁਸੀਂ ਇਸ ਇਮਾਰਤ ਦੇ ਥੱਲੇ ਤੁਹਾਨੂੰ ਦਿਖਾਉਂਦੇ ਆ ਕਿ ਜਿਹੜੀਆਂ ਨੀਹਾਂ ਇਹਨਾਂ ਨੇ ਕਿਵੇਂ ਬਣੀਆਂ ਸੀ। ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਕਿ ਥੱਲੇ ਇੱਕ ਪਿੱਲਰ ਹੈਗਾ, ਉਸ ਉੱਤੇ ਨਜ਼ਰ ਦਿਖਾਈ ਜਾਵੇ, ਤੁਸੀਂ ਉਹ ਦੇਖ ਸਕਦੇ ਹੋ। ਉਹ ਪਿੱਲਰ ਜਿਹੜਾ ਪਿਆ ਹੋਇਆ, ਉਸ ਪਿੱਲਰ ਦੇ ਵਿੱਚ ਵੀ 16 mm ਦੇ ਸਰੀਏ ਨਜ਼ਰ ਆ ਰਹੇ ਨੇ, ਉਹ ਸੌਰੀ 12 mm ਦੇ ਸਰੀਏ ਨਜ਼ਰ ਆ ਰਹੇ ਨੇ। 16 mm ਸਰੀਆ ਉੱਥੇ ਵੀ ਨਹੀਂ ਪਾਇਆ ਗਿਆ। ਇਹ ਪਿੱਲਰ ਉੱਪਰ ਵਾਲਾ ਪਿੱਲਰ ਹੈਗਾ, ਨਹੀਂ ਸਿੱਧੇ ਵਾਲਾ ਸਟੈਂਡ ਵਾਲਾ ਪਿੱਲਰ ਨਹੀਂ ਹੈਗਾ, ਜਿਹੜਾ ਉੱਪਰ ਪਿਆ ਹੋਇਆ ਸੀਗਾ ਲੰਬਾਈ ਦੇ ਵਿੱਚ, ਇਹ ਡਿੱਗਿਆ ਹੈਗਾ। 8 ਫੁੱਟ ਵਾਲਾ ਪਿੱਲਰ ਹੈਗਾ ਜੀ ਜੀ। ਇਹ ਉਹ ਪਿੱਲਰ ਹੈਗਾ। ਤੁਸੀਂ ਦੇਖੋ ਕਿ ਇਹਨਾਂ ਪਿੱਲਰਾਂ ਨੂੰ ਜਿਸ ਪਿੱਲਰ ਨੇ ਇਹਨਾਂ ਦਾ ਭਾਰ ਚੁੱਕਣਾ ਸੀਗਾ, ਜਿਸ ਪਿੱਲਰ ਨੇ ਇਹਨਾਂ ਦਾ ਭਾਰ ਚੁੱਕਣਾ ਸੀ, ਉਹ ਪਿੱਲਰ ਇੱਥੇ ਨਜ਼ਰ ਨਹੀਂ ਆਉਂਦੇ। ਜਿਹੜੇ ਪਿੱਲਰ ਬਣੇ ਹੋਏ ਨੇ ਉਹ ਇੱਟਾਂ ਦੇ ਬਣੇ ਹੋਏ ਨੇ, ਇੱਟਾਂ ਦੇ ਪਿੱਲਰ ਬਣੇ ਹੋਏ ਨੇ, ਉਹਨਾਂ ਦੇ ਵਿੱਚ ਕੰਕਰੀਟ ਨਹੀਂ ਸੀ। ਜੇ ਕੰਕਰੀਟ ਹੁੰਦਾ ਤਾਂ ਇਸ ਛੱਤ ਨੇ ਭਾਰ ਚੁੱਕ ਲੈਣਾ ਸੀਗਾ, ਲੇਕਿਨ ਹੁਣ ਕੰਕਰੀਟ ਨਾ ਹੋਣ ਕਰਕੇ ਇਹ ਛੱਤ ਸਿੱਧੀ ਥੱਲੇ ਡਿੱਗੀ। ਖੈਰ ਹੋਰ ਵੀ ਬਹੁਤ ਸਾਰੀਆਂ ਇੱਥੇ ਕਮੀਆਂ ਆਉਣਗੀਆਂ ਨਜ਼ਰ, ਪਰ ਜਿਹੜੇ ਉਸਾਰੀ ਖਾਸ ਤੌਰ ਤੇ ਕਰਦੇ ਨੇ ਬੰਦੇ, ਉਹਨਾਂ ਨੂੰ ਜ਼ਿਆਦਾ ਤਜਰਬਾ ਹੁੰਦਾ, ਉਹਨਾਂ ਦੀ ਰਾਏ ਲੈਣੀ ਵੀ ਜ਼ਰੂਰੀ ਹੁੰਦੀ ਹੈ ਇਹਨਾਂ ਗੱਲਾਂ ਦੇ ਵਿੱਚ। ਭਾਜੀ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉਸਾਰੀ ਕਰਦਿਆਂ ਨੂੰ? हाँ जी, यहाँ तो देखे थे, यहाँ तो काम नहीं किए हैं, काम तो बाहर कर रहे थे। यहाँ पे तो नहीं किया। वैसे आपसे मैं नॉलेज लेना चाहता हूँ कि ये इमारत गिरी है, जो पिलर इसके मेरे को लगता है कि नज़र मजबूत नहीं थे। कोई मजबूत नहीं है, अभी भी वो पिलर दिखे 2 इंच के ऊपर है, इतने स्क्वायर फीट एरिया है, 15-20 फुट होगा चौड़ाई, इतने लंबाई है 200 फुट। कोई स्क्वायर फीट कोई काम नहीं किया है इसमें, वो पिलर सारा खोद दिया है। अभी हो सकता है थोड़ा सा भूचाल आ जाए तो ये भी आ सकता है। ये भी इमारत मतलब कि अभी ये इमारत भी जो सामने वाली खतरे में है, ये इमारत किसी वक्त गिर सकती है। अभी देख लीजिए आप पूरा। कोई भी इमारत बनाते हैं उसमें जो हमने नींव रखनी है, पिलर रखनी है, कितने फुट डूंगा होना चाहिए? ढंग से जाल बिछाना चाहिए, कम से कम 2 बाई 2 का 4 फीट हुआ, 4 फीट। तो हाँ उसके आशीष से पिलर देना चाहिए, फिर उस ढंग से उसका ढलाई हो, फिर चाहे तीसरी की 10 मंजिल बना ले, तो उस तरीका से ये तो बनाए नहीं, सिर्फ पिलर बना दिया है। देख लीजिए अभी भी हो सकता है, अब ये तो थोड़ा सा भूचाल आ जाए तो अभी भी गिर सकता है ये। ठीक है। कितने साल हो गए आपको ये उसारी का काम करते, कितनी नॉलेज रखते हैं? यहाँ पे तो हमको 1988 से आ रहा हूँ। ठीक है। हमारे जितने भी काम जिसको भी बता रहे हैं मालिक सबको कि ऐसे नहीं ऐसे आप काम कीजिए, ऐसे नहीं ऐसे होगा, तो मानते नहीं, मालिक भी नहीं मानते हैं, कहते हैं तुम फुद्दू हो भाग जाओ। हाँ, दूसरा मिस्त्री को ही लेते हैं, वही मालिक नहीं मानते। लेकिन आज प्रवासी मजदूरों की मौत हुई है, एक बड़ा हादसा, लोग तो आपके मरे हैं इसमें। वही बात है, हम लोग का वही बात देख रहे हैं कि कौन मरा है कौन नहीं, इतने दूर दूर से भाग के आए देखने के लिए। सो मैं आपसे ये जानना चाहता हूँ, ये जो सरिये नज़र आ रहे हैं, कैमरामैन को गुजारिश करांगा कि सरिये ज़रूर दिखाओ। ये जो सरिये है कितने mm सरिया है? ये 4 mm, ये 12 mm का है। ये 12 mm का सरिया। हाँ, ये भी 12 का है। जो पिलर डालते होते हैं, जो सीधे स्टैंड करते हैं ऊपर वाले पिलर, उसमें सरिया कितने mm होना चाहिए? देखिए 12 mm का सरिया होना चाहिए 4, 8 mm 10 mm का 4 होना चाहिए, चाहे स्टोन चाहे जितना मर्जी हो जाए वो स्टोन हो जाएगा आपको।
हाँ, ये उसमें कंक्रीट में क्या क्या चीजें जरूरी होती हैं? देखिए, कंक्रीट में धोया हुआ रेता होना चाहिए, धोया हुआ बजरी होना चाहिए, ये सब पूरा अच्छी तरह प्लेट लगा के और ढलाई बाई मीटर मारना चाहिए, जो कि घन मारे और वो पिलर टूटे नहीं है। ठीक। जो 16 mm का सरिया पड़ता है वो कहाँ पे पड़ता है? और 16 mm जैसे ये लेटमी बीम जो डाले हैं ऊपर ये, वाली प्लेट। हाँ ठीक है। ये सब में डाला जाता है, 4 से 6 डालते हैं। ठीक है। वो तो डालते नहीं है, ये लोग तो कहता है फुद्दू है फटाफट फेंको। ठीक है। जैसे ये 10 दुकानें बनी हैं, इसमें 1 2 3 4 5 6 7 8 9 पिलर इसमें नजर आ रहे हैं। हाँ। 9 पिलर आई थिंक इनफ है, काफी ज्यादा है पिलर, ठीक है 9। लेकिन इन पिलरों में कमी है कि ये ईंटों के बने हैं, ये कंक्रीट के बनने चाहिए थे। ईंटों के बना हुआ है सही, मगर वो खोद के क्या किया है, पाइप डाल दिया है, उसकी जाने तो खत्म होगी। 2 इंची इधर भी चढ़ा हुआ है, 2 इंची इधर भी चढ़ा हुआ है। अब हो सकता है, आप खुद देख लीजिए क्या कह सकता है ये तो तुरंत ही मरने वाले ही काम है। ठीक। जो पीछे से नजर आ रहा है कि ये आपको क्या लगता है, ये इमारत पीछे से गिरी या आगे से, कैसे गिरी? आगे से ही गिरा है, देख लीजिए, गराज तो नहीं है। हाँ, ये गराज तो नहीं है, पुरानी थी ये वाली, यहाँ पे जो नहीं तो रोड थी, इसी के ऊपर पिलर दिया हुआ था। वो हमको यही सदभावना लग रहा है कि बारिश खाया वो लूज हो गया, इसको सारा को खींच लिया। ये आपको लगता है कि जो नजर आ रहा है आपको, जहाँ से लेंटर टूटा लगता है, हाँ जी, वहाँ पे आपको क्या कमी नजर आ रही है सामने? ये सब में देखिए आगे का ही कमी है, पीछे का तो जो भी है चढ़ा हुआ था, मगर ये आगे से ही कमी है, इसकी स्टोन नहीं मिला, इसके चलते हुए ये आगे को ही आ गए। और दीवार के ऊपर तो चढ़ा हुआ वो पूरा ही ठीक था, उसमें तो कमी नहीं था। बाकी ये है कि ये खींचा गया आगे, देखिए ना डिस्प्ले यही हो गया कि आगे घूम गई, इसका कारण कि ये कोना झड़ गई तो ऐसे घूम गई जी। ये छत की जो मोटाई होती है कितने इंच की होनी चाहिए? यहाँ देखिए, ये छत का ढलाई ठीक है 5 इंची है। 5? हाँ, लेकिन जब क्रेनें इसको लेंटर को उठा रही थी तो संगलों से ये सरिया टूटता जा रहा था, फटती जा रहा था पूरा लेंटर। हाँ, तो इसमें क्या कमी रहेगी कि सरिया इतना जल्दी? यही कमी होता है, सरिया जो है कोई हट प्लॉट देता है, कोई नॉर्मल देता है। ये देखिए पुराने सरिया भी दिए हुए हैं, उसको क्या कर सकते हैं? मालिक तो मालिक है, बाकी लेबर भी मिस्त्री भी क्या कर सकता है? मिस्त्री तो यही कहेगा भाई जो उनसे देना है दे दे, हम सेटिंग कर दिया। ठीक है। मिस्त्री तो यही कह सकता है। ਸੋ ਤੁਸੀਂ ਸੁਣਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਇੱਕ ਤਜਰਬਾ ਇਹਨਾਂ ਕੋਲ ਵੀ ਹੈਗਾ, ਇਹ ਕੰਮ ਕਰਦੇ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਜਦੋਂ ਵੀ ਕੋਈ ਇਮਾਰਤ ਬਣਾਉਣੀ ਹੁੰਦੀ ਹੈ, ਉਹਦੇ ਜਿਹੜੇ ਪਿੱਲਰ ਹੁੰਦੇ ਨੇ, ਉਸਦੀ ਜਿਹੜੀ ਨੀਹਾਂ ਹੁੰਦੀਆਂ ਉਹ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਪਰ ਇਸ ਇਮਾਰਤ ਦੇ ਜਿਹੜੇ ਪਿੱਲਰ ਸੀ ਉਹ ਕਮਜ਼ੋਰ ਸਨ, ਨੀਹਾਂ ਕਮਜ਼ੋਰ ਸਨ। ਬਿਲਕੁਲ ਇਹਦੇ ਸਾਹਮਣੇ ਇੱਕ ਇਮਾਰਤ ਬਣੀ ਹੋਈ ਹੈ, ਉਹ ਵੀ ਇਸੇ ਚੀਜ਼ ਦੀ ਉਦਾਹਰਨ ਹੈਗੀ ਹੈ ਕਿ ਉਹਦੇ ਜਿਹੜੇ ਪਿੱਲਰ ਹੈਗੇ ਨੇ ਉਹ ਇੱਟਾਂ ਦੇ ਪਿੱਲਰ ਬਣਾਏ ਹੋਏ ਨੇ, ਉਹਦੇ ਕੰਕਰੀਟ ਨਹੀਂ ਪਾਇਆ ਗਿਆ, ਬਿਲਕੁਲ ਕੰਕਰੀਟ ਨਹੀਂ ਪਾਇਆ ਗਿਆ ਤੇ ਇੱਟਾਂ ਦੇ ਪਿੱਲਰਾਂ ਦੇ ਵਿੱਚ ਵੀ ਪਾਈਪਾਂ ਦਿੱਤੀਆਂ ਹੋਈਆਂ। ਜਦੋਂ ਤੁਸੀਂ ਉਹਦੇ ਵਿੱਚ 4 ਇੰਚ ਦੀ ਪਾਈਪ ਪਾ ਦੋਗੇ ਉਹ ਪਿੱਲਰ ਹੋਰ ਜ਼ਿਆਦਾ ਕਮਜ਼ੋਰ ਪੈ ਜਾਣਗੇ, ਤੇ ਜੇ ਕਮਜ਼ੋਰ ਪੈ ਜਾਣਗੇ ਤਾਂ ਤੁਸੀਂ ਦੇਖੋ ਕਿ ਇਹਨਾਂ ਜਿਹੜਾ ਉੱਪਰ ਲੈਂਟਰ ਪੈਣਾ ਉਹਦੇ ਵਿੱਚ ਬਜਰੀ ਵੀ ਪੈਣੀ ਹੈ, ਸਰੀਆ ਵੀ ਪੈਣਾ ਹੈ, ਰੇਤਾ ਵੀ ਪੈਣਾ ਹੈ, ਤੇ ਹੋ ਸਕਦਾ ਕਿ ਉਸ ਤੋਂ ਉੱਪਰ ਜੇ ਚੁੱਕਿਆ ਜਾਂਦਾ ਤਾਂ ਉਸ ਤੋਂ ਉੱਤੇ ਮਿੱਟੀ ਵੀ ਪੈਂਦੀ ਹੈ, ਉਸ ਉੱਤੇ ਟਾਈਲਾਂ ਵੀ ਲੱਗਦੀਆਂ ਨੇ, ਮਤਲਬ ਕਿ ਪਿੱਲਰਾਂ ਨੇ ਪੂਰਾ ਪਾਰ ਚੱਕਣਾ ਹੁੰਦਾ। ਪਰ ਹੁਣ ਇੱਕ ਵੱਡਾ ਡਰ ਇਹ ਜ਼ਰੂਰ ਬਣਿਆ ਕਿ ਸਾਹਮਣੇ ਵਾਲੀ ਜਿਹੜੀ ਬਿਲਡਿੰਗ ਹੈਗੀ ਹੈ, ਜੇ ਇਹ ਬਿਲਡਿੰਗ ਡਿੱਗ ਸਕਦੀ ਹੈ ਤੇ ਕਿ ਉਹ ਬਿਲਡਿੰਗ ਕਿਵੇਂ ਮਹਿਫੂਜ਼ ਹੋ ਸਕਦੀ ਹੈ। ਇਸ ਕਰਕੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਬਾਰੇ ਚੌਕਸ ਹੋ ਜਾਣਾ ਚਾਹੀਦਾ ਹੈ, ਕਿਉਂਕਿ ਕੋਈ ਵੱਡਾ ਹਾਦਸਾ ਨਾ ਵਾਪਰ ਜੇ। ਜਦੋਂ ਬਾਜ਼ਾਰ ਬਣ ਜਾਂਦਾ ਹੈ, ਬਾਜ਼ਾਰ ਦੇ ਵਿੱਚ ਦੁਕਾਨਾਂ ਖੁੱਲਦੀਆਂ ਨੇ, ਆਮ ਨਾਗਰਿਕ ਜਿਹੜੇ ਹੁੰਦੇ ਨੇ ਆਲੇ ਦੁਆਲੇ ਮੁਹੱਲੇ ਵਾਲੇ, ਉਹਨਾਂ ਨੇ ਉੱਥੇ ਖਰੀਦਦਾਰੀ ਕਰਨੀ ਹੁੰਦੀ ਹੈ, ਬੱਚੇ ਵੀ ਜਾਂਦੇ ਨੇ ਉਹਦੇ ਵਿੱਚ, ਬਜ਼ੁਰਗ ਵੀ ਜਾਂਦੇ ਨੇ, ਨੌਜਵਾਨ ਵੀ ਖਰੀਦਦਾਰੀ ਕਰਨ ਜਾਂਦੇ ਨੇ। ਪਰ ਉਹਨਾਂ ਨੂੰ ਕੀ ਪਤਾ ਕਿ ਜਿਸ ਇਮਾਰਤ ਦੇ ਥੱਲੇ ਉਹ ਖਰੀਦਦਾਰੀ ਕਰਨ ਜਾ ਰਹੇ ਨੇ ਉਹ ਇਮਾਰਤ ਮਹਿਫੂਜ਼ ਨਹੀਂ, ਉਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਇਸ ਨਾਲ ਜਿਹੜੇ ਆਮ ਇਨਸਾਨ ਹੈਗੇ ਨੇ, ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਕਰਕੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਘੱਟੋ ਘੱਟ ਜਦੋਂ ਵੀ ਕੋਈ ਬਿਲਡਿੰਗ ਬਣਦੀ ਹੈ ਉਸ ਬਾਰੇ ਪ੍ਰੋਪਰ ਨਕਸ਼ਾ ਬਣਨਾ ਚਾਹੀਦਾ ਹੈ। ਨਕਸ਼ਾ ਬਣ ਕੇ ਉਸ ਤੋਂ ਬਾਅਦ ਇੱਕ ਇਨਸਾਨ ਨੂੰ ਜਾਗਰੂਕ ਕਰਨਾ ਚਾਹੀਦਾ ਉੱਥੇ ਜਦੋਂ ਇਮਾਰਤ ਬਣਦੀ ਹੈ ਕਿ ਇਸ ਇਮਾਰਤ ਨੂੰ ਤੁਸੀਂ ਬਣਾਉਣ ਲੱਗਿਆ, ਨੀਹਾਂ ਇਸ ਦੀਆਂ ਇੰਨੇ ਫੁੱਟ ਰੱਖੋ, ਤੁਸੀਂ ਇਹਦੇ ਵਿੱਚ ਜਿਹੜੇ ਪਿੱਲਰ ਬਣਾਉਣੇ ਨੇ ਉਹਦੇ ਵਿੱਚ ਕਿਹੜੀ ਚੀਜ਼ਾਂ ਪੈਣੀਆਂ ਨੇ, ਕੰਕਰੀਟ ਕੀ ਪੈਣਾ, ਕਿੰਨੇ ਇੰਚ ਸਰੀਆ ਇਹਦੇ ਲਈ ਜ਼ਰੂਰੀ ਹੈਗਾ, ਤੇ ਉਸ ਨਾਲ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਵੀ ਕੋਈ ਇਮਾਰਤ ਬਣੇ ਤੇ ਉਹ ਵੀ ਮਹਿਫੂਜ਼ ਹੋਵੇ। ਕਿਉਂਕਿ ਜਦੋਂ ਮੈਂ ਇੱਥੇ ਕਵਰੇਜ ਕਰ ਰਿਹਾ ਸੀ ਤਾਂ ਇੱਥੇ ਜਿਹੜੀਆਂ ਰੈਸਕਿਊ ਟੀਮਾਂ ਸਨ ਉਹ ਵੀ ਦੱਸ ਰਹੀਆਂ ਸਨ ਕਿ ਨਾਲ ਵਾਲੀ ਇਮਾਰਤ ਖਤਰੇ ਵਿੱਚ ਹੈਗੀ ਹੈ, ਉਹ ਵੀ ਡਿੱਗ ਸਕਦੀ ਹੈ, ਉਸ ਨੂੰ ਵੀ ਝਟਕਾ ਲੱਗ ਸਕਦਾ ਹੈ, ਕਿਉਂਕਿ ਜਦੋਂ ਵੀ ਕੋਈ ਇਮਾਰਤ ਡਿੱਗਦੀ ਹੈ ਉਹ ਨਾਲ ਵਾਲੀਆਂ ਇਮਾਰਤਾਂ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਹੈ, ਇਮਾਰਤਾਂ ਵੀ ਕਮਜ਼ੋਰ ਹੋ ਜਾਂਦੀਆਂ ਨੇ। ਇਸੇ ਕਰਕੇ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ ਕਿ
ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਇੰਨੇ ਰੁਝੇਵੇਂ ਭਰੇ ਜਿਹੜੇ ਵਸੋਂ ਵਾਲਾ ਏਰੀਆ ਹੁੰਦਾ ਹੈ ਉਹਦੇ ਵਿੱਚ ਇੰਨੀਆਂ ਦੁਕਾਨਾਂ ਖੋਲ੍ਹਣੀਆਂ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਕਰਦਾ ਹੈ। ਹਾਲੇ ਇਹ ਇਮਾਰਤ ਨਿਰਮਾਣ ਅਧੀਨ ਸੀ। ਜੇ ਇਮਾਰਤ ਇਹ ਬਣ ਜਾਂਦੀ ਤੇ ਇਸ ਇਮਾਰਤ ਦੇ ਵਿੱਚ ਜੇ ਲੋਕੀ ਇੱਥੇ ਖਰੀਦਦਾਰੀ ਕਰਨਾ ਹੁੰਦੇ, ਸ਼ਾਪਿੰਗ ਕਰਨਾ ਹੁੰਦੇ, ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀ, ਹੋਰ ਜ਼ਿਆਦਾ। ਖੈਰ ਇੱਥੇ 3 ਮੌਤਾਂ ਦੱਸੀਆਂ ਜਾ ਰਹੀਆਂ ਨੇ ਤੇ ਇੱਕ ਜੋ ਮਾਲਕ ਹੈ ਉਹ ਜ਼ਖਮੀ ਹੋਇਆ, ਉਸ ਦੇ ਸੱਟਾਂ ਲੱਗੀਆਂ ਨੇ। ਪਰ ਜਿਹੜੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਉਹ ਇਹ ਜ਼ਰੂਰ ਸੋਚਣ ਕਿ ਥੋੜ੍ਹੇ ਜਿਹੇ ਪੈਸੇ ਬਚਾਉਣ ਦੀ ਖਾਤਰ ਤੁਸੀਂ ਆਪਣੀਆਂ ਕੀਮਤੀ ਜਾਨਾਂ ਨੂੰ ਖਤਰੇ ਦੇ ਵਿੱਚ ਨਾ ਪਾਓ। ਇਹਨਾਂ ਦੇ ਵਿੱਚ ਜਦੋਂ ਕੋਈ ਇਨਸਾਨ ਮਰ ਜਾਂਦਾ ਹੈ ਸਰਕਾਰ ਵੱਧ ਤੋਂ ਵੱਧ 2-4 ਲੱਖ ਜਾਂ 5 ਲੱਖ ਮੁਆਵਜ਼ਾ ਦੇ ਦੇਗੀ, ਪਰ ਕੀ ਇਨਸਾਨ ਦੀ ਜ਼ਿੰਦਗੀ ਦੀ ਸਿਰਫ ਕੀਮਤ ਇੰਨੀ ਰਹਿ ਗਈ ਹੈ? ਇਸ ਕਰਕੇ ਸਾਨੂੰ ਸੋਚਣਾ ਪਏਗਾ, ਸੋਚਣ ਲਈ ਮਜਬੂਰ ਹੋਣਾ ਪਏਗਾ। ਇਹਦੇ ਲਈ ਲੋਕ ਵੀ ਜ਼ਿੰਮੇਵਾਰ ਨੇ, ਇਹਦੇ ਲਈ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ, ਇਹਦੇ ਲਈ ਸਰਕਾਰ ਵੀ ਜ਼ਿੰਮੇਵਾਰ ਹੈ। ਸੋ ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚ ਕੇ ਇੱਕ ਬਕਾਇਦਾ ਸਿਸਟਮ ਬਣਾਉਣਾ ਪਏਗਾ ਕਿ ਇਮਾਰਤਾਂ ਕਿਸ ਢੰਗ ਦੇ ਨਾਲ ਬਣਾਈਆਂ ਜਾਣ। ਸੋ ਹੋਰ ਵੀ ਇੱਥੇ ਕੋਈ ਮਜ਼ਦੂਰੀ ਜੋ ਲੇਬਰ ਦਾ ਕੰਮ ਕਰਦੇ ਨੇ ਹੈਗੇ ਜੋ ਤਜਰਬਾ ਰੱਖਦੇ ਨੇ। ਸੋ ਲੋਕ ਬਹੁਤ ਸਾਰੇ ਖੜੇ ਹੋਏ ਨੇ। ਖੈਰ ਕੋਈ ਅੱਗੇ ਨਹੀਂ ਬੋਲ ਰਿਹਾ, ਪਰ ਮੇਰੇ ਵੀਰ ਇਹਨਾਂ ਨੇ ਬੋਲਿਆ, ਬੜੀ ਚੀਜ਼ਾਂ ਸਿਆਣੀ ਦੱਸੀਆਂ। हाँ एक और वीर ना गल करते हैं असी। क्या काम करते हो आप? सर हम भी मिस्त्री का काम करते हैं। मिस्त्री का काम करते हो? आपको क्या कमी नजर आती है कि इमारत क्यों गिरी है? सर इसमें पिलर नीचे से नहीं दिया गया है, खाली ईंट का वो कंध दिया गया है बस। पिलर नीचे से नहीं दिया गया, ईंटों का दिएगा था पिलर? पिलर सर सीमेंट छड़ के देना चाहिए ना, इसमें 16 mm का छड़ रहना चाहिए। 16 mm का सरिया होना चाहिए बीच में जी। पिलर जो ईंट के दिया गया है वो 16 mm का छड़ के दिया जाता है, फिर मजबूत होता है। ये फिर मजबूत होता है। ये तो ईंट का जिसमें बीम पाया होता है कभी नहीं गिरती सर। जिसमें बीम पाया होता है वो कभी नहीं गिरती। और जो छत होती है उसमें कितना mm का सरिया चलता है? छत में तो सर चल जाएगा, ये वाला चल जाएगा 12 mm। जो आगे का पिलर होता है ऊपर वाला उसमें कितना? 16 का सर लगता है। 16 mm जी लगता है, लेकिन ये उसका भी पिलर कमजोर नजर आ रहा है। नीचे 12 mm पिलर है नहीं, खाली ईंट वाला है और उसी में पाइप भी है। वो इमारत को खतरा है? खतरा है सर, खतरा है जी। तो ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਕਿ ਉਸ ਇਮਾਰਤ ਨੂੰ ਵੀ ਖਤਰਾ ਹੈਗਾ। ਇਸ ਲਈ ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜਦੋਂ ਹਾਦਸਾ ਵਾਪਰ ਜਾਂਦਾ ਹੈ ਤੇ ਨੁਕਸਾਨ ਇੱਕ ਪਰਿਵਾਰ ਦਾ ਨਹੀਂ ਬਹੁਤ ਸਾਰੇ ਪਰਿਵਾਰਾਂ ਦਾ ਹੁੰਦਾ ਹੈ। ਅੱਜ ਵੀ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਦੇ ਘਰ ਦੀ ਸਿਚੁਏਸ਼ਨ ਹੋਏਗੀ, ਜਿਨ੍ਹਾਂ ਦੇ ਆਪਣੇ ਲੋਕ ਮਰੇ ਨੇ ਇਸ ਮਲਬੇ ਦੇ ਹੇਠਾਂ ਆ ਕੇ ਦਬ ਕੇ, ਦੁੱਖ ਤਾਂ ਉਹੀ ਪਰਿਵਾਰ ਜਾਣਦਾ ਹੋਊਗਾ। ਤੇ ਇਸ ਕਰਕੇ ਸਰਕਾਰਾਂ, ਪ੍ਰਸ਼ਾਸਨ, ਸਿਸਟਮ ਇਸ ਵਾਸਤੇ ਧਿਆਨ ਦੇਵੇ। ਚੰਦ ਕੁ ਪੈਸੇ ਬਚਾਉਣ ਦੇ ਖਾਤਰ ਅਸੀਂ ਦੂਜਿਆਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਨਹੀਂ ਪਾ ਸਕਦੇ। ਸੋ ਇੱਥੇ ਬਹੁਤ ਸਾਰੇ ਲੋਕ ਖੜੇ ਹੋਏ ਨੇ ਜੋ ਨੌਲੇਜ ਵੀ ਰੱਖਦੇ ਨੇ, ਉਹਨਾਂ ਨੂੰ ਨੌਲੇਜ ਹੈਗੀ ਹੈ ਕਿ ਕਿਸ ਤਰ੍ਹਾਂ ਇਮਾਰਤ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ, ਕਿਹੜੀ ਕੰਧ ਕਿੰਨੇ ਇੰਚ ਦੀ ਹੋਣੀ ਚਾਹੀਦੀ ਹੈ, ਇਸ ਇਮਾਰਤ ਦੇ ਵਿੱਚ ਕੀ ਕਮੀ ਨਜ਼ਰ ਆ ਰਹੀ ਹੈ। ਭਾਜੀ ਤੁਹਾਨੂੰ ਕੀ ਲੱਗਦਾ ਕਿ ਕੀ ਕਮੀ ਹੈਗੀ ਇਸ ਇਮਾਰਤ ਵਿੱਚ? ਜੀ ਸੀਮਿੰਟ ਦੀ ਕਮੀ ਹੈ, ਇੱਟ ਦੀ ਕਮੀ ਹੈ। ਇੱਟ ਚੰਗੀ ਨਾ ਕੋਈ ਕਲਮ ਦਿੱਤੇ ਆ, ਬਾਕੀ ਸਾਰੇ ਫੁੱਦੂ ਵਾਲੇ ਕੰਮ ਕਰੇ ਆ। ਇਹ ਮਰਨ ਵਾਲਾ ਕੰਮ ਪਹਿਲਾਂ ਹੀ ਕੀਤੇ ਇਹਨਾਂ ਨੇ। ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉੱਥੇ ਜਿਹੜੀ ਇਹ ਦੀਵਾਰ ਹੈਗੀ 4 ਇੰਚ ਦੀ ਹੈਗੀ ਦੀਵਾਰ? 4 ਇੰਚ ਦੀ। ਇਹ ਦੀਵਾਰ ਕਿੰਨੇ ਇੰਚ ਦੀ ਹੋਣੀ ਚਾਹੀਦੀ ਸੀ? ਘੱਟੋ ਘੱਟ 9 ਇੰਚ ਦਾ ਹੋਣੀ ਚਾਹੀਦੀ ਹੈ। 9 ਇੰਚ ਹੋਣੀ 9 ਇੰਚ ਦੇ 9x9 ਦੇ ਪਿੱਲਰ ਹੋਣੀ ਚਾਹੀਦੀ। 22/9 ਦੇ ਪਿੱਲਰ ਹੋਣੇ ਚਾਹੀਦੇ। ਤੇ ਸਰੀਆ ਉਹਦੇ ਵਿੱਚ ਕਿੰਨੇ mm ਹੋਣਾ ਚਾਹੀਦਾ? 16 ਦੇ ਸਰੀਏ ਬੀਮ ਤੇ ਚਾਹੀਦੇ ਆ, 12 ਦੇ ਪਿੱਲਰ ਚਾਹੀਦੇ ਆ। ਠੀਕ ਹੈ। ਤੇ ਜਿਸ ਹਿਸਾਬ ਨਾਲ ਇਹ 10 ਦੁਕਾਨਾਂ ਬਣਾਈਆਂ ਜਾ ਰਹੀਆਂ ਸੀ, ਬਿਲਕੁਲ ਆਮੋ ਤੇ ਸਾਹਮਣੇ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ, ਤੇ ਜਦੋਂ ਵੀ ਜਿੱਥੇ ਦੁਕਾਨਾਂ ਜ਼ਿਆਦਾ ਬਣਦੀਆਂ ਨੇ ਉੱਥੇ ਮਟੀਰੀਅਲ ਵੀ ਚੰਗਾ ਚਾਹੀਦਾ ਹੁੰਦਾ ਹੈ, ਕਿਉਂਕਿ ਕੱਲ ਨੂੰ ਉੱਪਰ ਵੀ ਜੇ ਕੱਲ ਨੂੰ ਕੋਈ ਛੱਤ ਦਾ ਹੈ ਤਾਂ ਮਟੀਰੀਅਲ ਚੰਗਾ ਹੋਵੇ ਉਹਦੇ ਵਿੱਚ। ਤੇ ਜਿਹੜੇ ਪਿੱਲਰ ਸਾਹਮਣੇ ਪਾਏ ਗਏ ਨੇ, ਉਹਨੇ ਪਾਈਪਾਂ ਪਾਈਆਂ ਗਈਆਂ ਨੇ ਪਿੱਲਰਾਂ ਦੇ ਵਿੱਚ, ਤੇ ਉਹ ਇੱਟਾਂ ਦੇ ਪਿੱਲਰ ਹੈਗੇ ਨੇ। ਇਹ ਕਿੰਨੀ ਕੁ ਦੇਰ ਤੱਕ ਖੜੇ ਹੋ ਸਕਦੇ ਨੇ ਇਮਾਰਤ ਇਸ ਤੇ? ਦੀ ਕੋਈ ਗਾਰੰਟੀ ਨਹੀਂ ਹੈ ਜੀ ਇਹਨਾਂ ਦੀ। ਕੋਈ ਕੱਲ ਵੀ ਹੋ ਸਕਦੇ ਆ। ਅੱਜ ਜਿਹੜੇ ਹੋਏ ਆ ਕੱਲ ਵੀ ਹੋ ਸਕਦੇ ਆ। ਇਹ 'ਚ ਕੋਈ ਕਮੀ ਨਹੀਂ ਹੈ, ਹੋਊਗਾ ਜ਼ਰੂਰ। ਤੇ ਜਿਹੜੇ ਇਹ ਪਿੱਲਰ ਮਜ਼ਬੂਤ ਕਿੰਨੇ, ਚੌੜਾਈ ਕਿੰਨੀ ਹੋਣੀ ਚਾਹੀਦੀ ਹੈ ਪਿੱਲਰਾਂ ਦੀ? ਪਿੱਲਰ ਦੇ ਚੜਾਈ 13 ਇੰਚੀ ਹੋਣੀ ਚਾਹੀਦੀ, 9x13 ਦੀ। ਤੇ ਜੇ ਆਪਾਂ ਇਸ ਪਿੱਲਰ ਦੇ ਸਾਹਮਣੇ ਗੱਲ ਕਰੀਏ, ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਉੱਥੇ ਤੁਸੀਂ ਦਿਖਾਓ ਉਹ ਪਿੱਲਰ ਤੁਹਾਨੂੰ ਕਿੰਨੇ ਇੰਚ ਲੱਗ ਰਿਹਾ ਹੈ ਚੌੜਾ? 18 का पिलर है सर, पर ये है ईंट का, वो आरसीसी होना चाहिए। थोड़ा ये प्लीज इधर आए। जो ये पिलर है ना, ये पिलर ईंट का है। ये आरसीसी पिलर होना चाहिए, जिसमें कि 16 का सरिया कम से कम होना चाहिए, 16 और 20 का, जिसमें कि आरसीसी है, सिर्फ वो आरबी है, इसमें है ही नहीं कोई कॉलम जो कि इसको वजन को उठाए। ठीक है। ये बस वैसा ही टेम्पररी है, ये किसी भी टाइम ये ढा सकता है। ठीक। ਤੇ ਜਿਸ ਹਿਸਾਬ ਨਾਲ ਇਹ ਪਾਣੀ ਦੀ ਜਿਹੜੀ ਪਾਈਪ ਪਾਈ ਗਈ ਹੈ, ਇੱਕ ਤਾਂ ਕੰਕਰੀਟ ਨਹੀਂ ਪਾਇਆ ਗਿਆ ਇਸ ਵਿੱਚ, ਇਹ ਪਾਣੀ ਵਾਲੀ ਪਾਈਪ ਆਈ ਥਿੰਕ 4 ਇੰਚ ਦੀ ਹੋਏਗੀ ਨਾ? 4 इंच है। ਤੇ ਇਹ ਪਾਈਪ ਪਾਉਣ ਨਾਲ ਕੀ ਇਹ ਪਿੱਲਰ ਹੋਰ ਕਮਜ਼ੋਰ ਹੁੰਦਾ ਹੈ? कमजोर है। ये खोखला हो गया। 4 इंची जो 4 इंची पाइप लगे हुए हैं, ये 4 जो 18 है, इसमें से सिर्फ 13 इंची बच गए, 4 इंची से 20 में से भी निकल गए हैं।
ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਇਮਾਰਤ ਇਹ ਵੀ ਮਹਿਫੂਜ਼ ਨਹੀਂ ਹੈਗੀ? नहीं महसूस नहीं है, ये इमारत का भी कोई गारंटी नहीं है। ਠੀਕ ਹੈ। ਇਸ ਦੀ ਤੁਹਾਨੂੰ ਕੀ ਲੱਗਦਾ ਕਿ ਨੀਹਾਂ ਕਿੰਨੇ ਫੁੱਟ ਹੋਣੀ ਹੈ ਥੱਲੇ? सर ये तो नहीं दस सकता हूँ क्योंकि मैं काम किया नहीं। ਹੋਣੀ ਕਿੰਨੀ ਚਾਹੀਦੀ ਹੈ ਵੈਸੇ? ये कम से कम 4-5 फुट नीचे होना चाहिए थे। 4-5 फुट नीचे? हाँ नीचे होने चाहिए थे। ਤੇ ਉਹਦੇ ਨੀਚੇ ਵੀ ਅੱਛਾ ਕੰਕਰੀਟ ਪਾਇਆ ਜਾਣਾ ਚਾਹੀਦਾ। कंक्रीट होना चाहिए, इसका जो प्लान बनना चाहिए थे, उसमें RCC वाले कॉलम खड़ा होना चाहिए। उस पर ये दुकान चाहे उसके ऊपर और ये मंजिल डाल सकते हैं। आज तो एक मंजिल है, कल हो सकता है और भी डिमांड हो तो और चौथा मंजिल और पांचवा मंजिल भी डाल सकते हैं। पर ये लोग ऐसे किए हैं जो पहले मंजिल ही ढह जाए तो दूसरा तीसरा मंजिल क्या उठाएगा वजन। ਜਿਹੜੇ ਉੱਪਰ ਬੀਮ ਪੈਂਦੇ ਨੇ ਸਿੱਧੇ ਇਦਾਂ ਨਾ, ਤੇ ਉਹ ਸਰੀਆ ਕਿੰਨਾ ਇੰਚ ਹੋਣਾ ਚਾਹੀਦਾ ਉਹਦੇ ਵਿੱਚ? उसमें इसमें 16 का सरिया होना चाहिए थे। 16 ਦਾ ਸਰੀਆ। हाँ, ਤੇ ਇੱਥੇ ਜਿਹੜੀ ਸਾਹਮਣੇ ਇਮਾਰਤ ਡਿੱਗੀ ਉਹਦੇ ਚ ਲੱਗ ਨਹੀਂ ਰਿਹਾ 16 ਦਾ ਪਾਇਆ। उसमें है ही नहीं सरिया, सब 12 का सरिया डाले हुए हैं। पता नहीं किस तरह से ये बिल्डिंग खड़ गए थे, पता नहीं 2 महीने या 4 महीने या 6 महीने। ये तो पहले जिस टाइम शटरिंग खोला था उसी टाइम ये गिर जाता। ਅੰਕਲ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ ਅੰਕਲ ਜੀ, ਕਿਉਂਕਿ ਇੱਕ ਦੁਖਦਾਈ ਘਟਨਾ ਵਾਪਰੀ ਤੁਹਾਡੇ ਏਰੀਆ ਦੇ ਵੀ, ਕੱਲ ਨੂੰ ਕੋਈ ਬੱਚਾ ਵੀ ਖੇਡਦਾ ਉਸ ਦਾ ਮਾਰਕੀਟ ਦੇ ਵਿੱਚ, ਹੈ ਨਾ, ਤੇ ਇਦਾਂ ਦੀ ਇਮਾਰਤਾਂ ਬਣ ਜਾਂਦੀਆਂ, ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਇਮਾਰਤਾਂ ਕਿੰਨੀ ਕੁ ਮਜ਼ਬੂਤ ਹੈ। ਇੱਥੇ ਪਹਿਲਾਂ ਬੰਦ ਸੀ, ਜਦ ਤੋਂ ਬੰਦ ਕਰਕੇ ਹੀ ਬਣਾਇਆ, ਹੋਰ ਇੱਧਰ ਵੀ ਬੰਦ ਕੀਤਾ, ਇੱਧਰ ਵੀ ਬੰਦ ਕੀਤਾ। ਠੀਕ ਹੈ ਜੀ। ਦੋਨੋਂ ਪਾਸੋਂ ਬੰਦ ਕਰਕੇ ਹੀ ਅੰਦਰ ਕੰਮ ਚੱਲ ਰਿਹਾ ਸੀ ਇਹਨਾਂ ਦਾ। ਠੀਕ ਹੈ ਜੀ। ਤੇ ਹੁਣ ਕਿਸੇ ਨੇ ਦੇਖਿਆ ਤਾਂ ਹੈ ਨਹੀਂ ਵੀ ਅੰਦਰ ਕੀ ਹੋ ਰਿਹਾ। ਇਹਦੇ ਇਸ ਤਰ੍ਹਾਂ ਹੁਣ ਦੇਖ ਰਹੇ ਹਾਂ ਅਸੀਂ, ਅੱਜ ਗਿਰੀ ਹੈ ਤੇ ਅੱਜ ਅਸੀਂ ਆਏ ਹਾਂ ਇੱਥੇ ਦੇਖ ਰਹੇ ਹਾਂ ਵੀ ਇਹ ਹਾਲਾਤ ਹੋਏ ਨੇ। ਅੰਕਲ ਜੀ, ਕਿਉਂਕਿ ਤੁਹਾਡੇ ਤਾਂ ਬੱਚਿਆਂ ਨੇ ਵੀ ਇੱਥੇ ਖੇਡਣਾ ਹੁੰਦਾ, ਆ ਵੀ ਬਿਲਡਿੰਗ ਦੱਸੀ ਜਾ ਰਹੀ ਕਮਜ਼ੋਰ ਹੈਗੀ ਹੈ, ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਸਾਵਧਾਨੀ ਚਾਹੀਦੀ ਤੁਹਾਡੇ ਖੇਤਰ ਵਿੱਚ? ਬੀਮ ਪੈਣੇ ਚਾਹੀਦੇ ਸੀ ਸ਼ੁਰੂ ਤੋਂ ਢਾਹ ਕੇ ਸਾਰੀ ਤਰ੍ਹਾਂ ਪਲੇਨ ਕਰਕੇ ਫਿਰ ਬਣਨੀ ਚਾਹੀਦੀ ਸੀ। ਇਹ ਪੁਰਾਣੀ ਬਿਲਡਿੰਗ ਨੂੰ ਹੀ ਤਿਆਰ ਕਰ ਰਹੇ ਸੀ, ਇਹਦਾ ਮਤਲਬ। ਤੁਸੀਂ ਵੀ ਇੱਥੇ ਤੋਂ ਭਾਜੀ ਰਹਿਣ ਵਾਲੇ ਹੋ? ਤੇ ਜਿਸ ਹਿਸਾਬ ਨਾਲ ਇਹ ਦੱਸਿਆ ਜਾ ਰਿਹਾ ਬਿਲਡਿੰਗ ਕਮਜ਼ੋਰ, ਤੁਹਾਨੂੰ ਕੀ ਲੱਗ ਰਿਹਾ ਕਿ ਕਿਸ ਤਰ੍ਹਾਂ ਦੇ ਤੁਰੰਤ ਕਦਮ ਚੁੱਕਣ ਦੀ ਲੋੜ ਹੈਗੀ ਹੈ? ਨਹੀਂ, ਜਿਹੜੇ ਇਹਨਾਂ ਦੇ ਐਡਵਾਈਜ਼ਰ ਸੀ, ਜਿਹੜੇ ਜਿਹਨਾਂ ਨਾਲ ਕੰਮ ਕਰ ਰਹੇ ਸੀ, ਉਹਨਾਂ ਨਾਲ ਠੀਕ ਕੰਸਲਟ ਨਹੀਂ ਕਰਿਆ। ਕਿਉਂਕਿ ਜਦੋਂ ਵੀ ਕੋਈ ਕੰਮ ਸ਼ੁਰੂ ਕਰਾਉਂਦਾ ਹੈ ਪਹਿਲਾਂ ਐਡਵਾਈਜ਼ ਲੈਂਦਾ ਕਿਸੇ ਨਾ ਕਿਸੇ ਤੋਂ। ਜਿਹੜੇ ਇਹਨਾਂ ਦੇ ਐਡਵਾਈਜ਼ਰ ਸੀ ਜਾਂ ਕੋਈ ਆਰਕੀਟੈਕਟ ਸੀ, ਉਹਨਾਂ ਨੇ ਗਲਤ ਇਹਨਾਂ ਨੂੰ ਕਮਾਂਡ ਕੀਤੀ ਹੈ ਤੇ ਉਸ ਹਿਸਾਬ ਨਾਲ ਇਹਨਾਂ ਨੇ ਬਿਲਡਿੰਗ ਸਟਰਕਚਰ ਖੜਾ ਕਰਤਾ। ਜੇ ਇਹਨਾਂ ਨੂੰ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਅਗਰ ਕੋਈ ਇੰਜੀਨੀਅਰ ਕਹਿੰਦਾ ਵੀ ਨਹੀਂ ਇੱਥੇ ਸਰੀਆ ਇੰਨਾ ਪੈਣਾ ਹੈਗਾ, ਇੰਨਾ ਪੈਣਾ ਹੈਗਾ, ਫਿਰ ਇਹ ਵੀ ਉਹਦੇ ਉੱਪਰ ਥੋੜ੍ਹਾ ਧਿਆਨ ਦਿੰਦੇ। ਜਿੱਦਾਂ ਇਹਨਾਂ ਨੇ ਕਿਹਾ ਉੱਦਾਂ ਉਹ ਕਰਦੇ ਗਏ। ਲੇਬਰ ਅੱਜ ਕੱਲ੍ਹ ਭਈਆ ਤਬਕਾ ਲੇਬਰ ਹੈਗੀ ਹੈ, ਉਹਨਾਂ ਨੂੰ ਕਿਹਾ ਵੀ ਦੀਵਾਰ ਉਠਾ ਦਿਓ, ਉਹਨਾਂ ਨੇ ਦੀਵਾਰ ਉਠਾ ਦੀ। तो इसके अंदर मतलब ਉਹਨਾਂ ਨਾਲ ਗੱਲ ਕੀਤੀ, ਉਹ ਵਿਚਾਰੇ ਕਹਿੰਦੇ ਅਸੀਂ ਤਾਂ ਮਾਲਕ ਨੂੰ ਸਮਝਾਈਦਾ ਕਿ ਇੱਥੇ ਇਹ ਚੀਜ਼ ਪੈਣੀ ਹੈ, ਮਾਲਕ ਕਹਿੰਦਾ ਤੁਸੀਂ ਖਿੱਚ ਦਿਓ ਇੱਥੇ ਕੰਮ। की वजह से कंप्रोमाइज़ कर जाता है, मालिक कंप्रोमाइज़ करता है कि मैंने 4 पैसे बच जान किसी तरह। अगर वो 16 कह रहा तो 14 इंच का सरिया लेके आएगा, अगर वो कहेगा 10 कट्टे पैने 8 पवाएगा। तो मतलब कि अगर मालिक थोड़ा कंप्रोमाइज़ कर जाता है पैसे बचाने वास्ते, ठीक है, ਉਹਦਾ ਹੀ ਇਹਦਾ ਹੈਗਾ ਸਾਰਾ ਕਹਾਣੀ। ਸੋ ਤੁਸੀਂ ਸੁਣਿਆ ਕਿ ਇੱਥੇ ਕਹਿਣਾ ਕਿ ਕਈ ਥਾਵਾਂ ਤੇ ਮਾਲਕ ਕੰਪਰੋਮਾਈਜ਼ ਕਰ ਜਾਂਦੇ ਨੇ, ਉਹਨਾਂ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਕਿਉਂਕਿ ਕੋਈ ਵੀ ਇਮਾਰਤ ਹੈਗੀ ਉਹ ਭਾਵੇਂ ਦੁਕਾਨ ਦੀ ਹੈ, ਘਰ ਦੀ ਹੈ ਜਾਂ ਕੋਈ ਹੋਰ ਬਣਾਉਂਦੇ ਆ, ਤੇ ਉਹ ਘੱਟੋ ਘੱਟ ਉਹਦੇ ਵਿੱਚ ਸਰੀਆ ਜਿਹੜਾ ਹੈਗਾ ਉਹ ਮਜ਼ਬੂਤ ਹੋਣਾ ਚਾਹੀਦਾ ਹੈ, ਨੀਹਾਂ ਉਸ ਦੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ, ਪਿੱਲਰ ਜਿਹੜੇ ਕੰਕਰੀਟ ਦੇ ਹੋਣੇ ਚਾਹੀਦੇ ਨੇ। ਪਰ ਇੱਥੇ ਇਹ ਕਮੀ ਜ਼ਰੂਰ ਨਜ਼ਰ ਆਈ ਹੈ, ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ। ਇਸ ਪਾਸੇ ਅੱਜ ਸੋਚਣ ਦੀ ਲੋੜ ਹੈ। ਲੈਂਟਰ ਦੇ ਉੱਪਰ ਇਸ ਵੇਲੇ ਮੈਂ ਖੜਾ ਹੋਇਆ, ਤੁਸੀਂ ਦੇਖੋ ਕਿ ਇਹ ਉੱਥੋਂ ਦੀ ਡਿੱਗਣਾ ਸ਼ੁਰੂ ਹੋਇਆ ਤੇ ਉਧਰੋਂ ਦੀ ਡਿੱਗਦਾ ਇਹ ਲੈਂਟਰ ਇੱਧਰ ਨੂੰ ਆ ਕੇ ਡਿੱਗਦਾ। ਇਹ ਲਗਭਗ 125 ਫੁੱਟ ਆਪਾਂ ਕਹਿ ਸਕਦੇ ਹਾਂ, ਤੇ ਉਹਦੇ ਵਿੱਚ ਇੱਥੇ 10 ਦੁਕਾਨਾਂ ਬਣੀਆਂ ਸਨ, ਤੇ ਉਧਰੋਂ ਦੀ ਲੈਂਟਰ ਵਿਛਦਾ ਗਿਆ। ਦੱਸਿਆ ਜਾ ਰਿਹਾ ਕਿ ਇੱਥੇ ਕੁਝ ਬੰਦੇ ਖੜੇ ਹੋਏ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਧਰੋਂ ਲੈਂਟਰ ਡਿੱਗਣਾ ਸ਼ੁਰੂ ਹੋ ਗਿਆ, ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸੋ ਇੱਕ ਕਮੀ ਹੋਰ ਵੀ ਇੱਥੇ ਵੱਡੀ ਨਜ਼ਰ ਇਹ ਆ ਰਹੀ ਹੈ, ਇੱਥੋਂ ਦੇ ਜੋ ਦੇਖਿਆ ਜਾ ਰਿਹਾ ਕਿ ਸਾਹਮਣੇ ਵਾਲੀ ਜਿਹੜੀ ਆ ਤੁਸੀਂ ਦੀਵਾਰ ਦੇਖ ਰਹੇ ਹੋ, ਇਸ ਦੀਵਾਰ ਦੇ ਵਿੱਚ ਕੋਈ ਵੀ ਪਿੱਲਰ ਇੱਥੇ ਨਹੀਂ ਦੱਸਿਆ ਜਾ ਰਿਹਾ ਕਿ ਪਿੱਲਰ ਹੈਗਾ ਸੀਗਾ, ਇਸ ਦੀਵਾਰ ਦੇ ਉੱਤੇ ਹੀ ਖੜਾ ਕੀਤਾ ਗਿਆ ਸੀ। ਦੀਵਾਰ ਦੇ ਨਾਲ ਤੁਸੀਂ ਜੇ ਤੁਹਾਨੂੰ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਜ਼ੂਮ ਕਰਨ ਕਿ ਸਰੀਏ ਰਗੜਨ ਦੀ ਕਿਵੇਂ ਝਰੀਟਾਂ ਪਈਆਂ ਹੋਈਆਂ ਸਾਹਮਣੇ। ਜਦੋਂ ਇਹ ਲੈਂਟਰ ਡਿੱਗਦਾ ਗਿਆ ਮਤਲਬ ਕਿ ਸਰੀਏ ਨਾਲ ਉਸਦੇ ਘਿਸਦੇ ਗਏ ਨੇ। ਇਹ ਵੀ ਪਤਾ ਲੱਗ ਰਿਹਾ ਕਿ ਇਸ ਦੀ ਚਿਣਾਈ ਵੀ ਉਸ ਢੰਗ ਨਾਲ ਨਹੀਂ ਹੋਈ, ਇਹਦੇ 'ਚ ਮਿਕਸ ਪ੍ਰੋਪਰ ਆਪਾਂ ਕਹਿ ਸਕੀਏ ਰੇਤਾ ਨਹੀਂ ਹੈਗਾ, ਤੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਜ਼ਰੂਰ ਹੈਗੀ ਹੈ। ਤੇ ਵੱਡਾ ਕਾਰਨ ਤੁਸੀਂ ਦੇਖੋ ਕਿ ਜਦੋਂ ਇਹ ਇਮਾਰਤ ਡਿੱਗਦੀ ਹੈ, ਇਸ ਇਮਾਰਤ ਨੇ ਨਾਲ ਵਾਲੀ ਇਮਾਰਤ ਨੂੰ ਇਫੈਕਟ ਕੀਤਾ। ਆਹ ਵਾਲੀ ਦੀਵਾਰ ਵੀ ਕਮਜ਼ੋਰ ਨਜ਼ਰ ਆ ਰਹੀ ਹੈ, ਦੇਖੋ ਤੁਸੀਂ ਦਰਵਾਜ਼ੇ ਦਾ ਕੀ ਹਾਲ ਹੋ ਗਿਆ, ਉਹ ਕਿੰਨੀ ਕਮਜ਼ੋਰ ਦੀਵਾਰ ਹੈਗੀ ਹੈ, ਤੇ ਉਧਰੋਂ ਦੀ ਪੂਰੀ ਇਮਾਰਤ ਇੱਥੇ ਡਿੱਗ ਜਾਂਦੀ ਹੈ। ਜਿਹੜੇ ਸਰੀਏ ਵੀ ਬਾਹਰ ਨਿਕਲੇ ਤੁਹਾਨੂੰ ਉੱਪਰ ਨਜ਼ਰ ਆ ਰਹੇ ਹੋਣਗੇ, ਤੇ ਇਸ ਦੇ ਬਿਲਕੁਲ ਤੁਸੀਂ ਸਾਹਮਣੇ ਵਾਲੀ ਇਮਾਰਤ 'ਤੇ ਜਾ ਕੇ ਦੇਖੋ, ਉੱਪਰ ਤਰੇੜਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ।
ਇਹ ਇਮਾਰਤ ਜਦੋਂ ਡਿੱਗੀ ਤਾਂ ਆ ਦੇਖੋ ਤੁਸੀਂ ਸਾਹਮਣੇ ਕਿਸ ਤਰ੍ਹਾਂ ਇੱਥੇ ਵੀ ਤਰੇੜਾਂ ਪੈ ਗਈਆਂ। ਇਸ ਇਮਾਰਤ ਨੂੰ ਵੀ ਇਸਨੇ ਇਫੈਕਟ ਕੀਤਾ ਹੈ। ਇਹ ਤਰੇੜਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿਸ਼ਾਨ ਹੈ। ਇੱਥੋਂ ਪਤਾ ਲੱਗ ਰਿਹਾ ਕਿ ਇਹ ਇਮਾਰਤ ਦੀ ਵੀ ਮਜ਼ਬੂਤੀ ਨਹੀਂ ਹੈਗੀ ਤੇ ਹਾਲਾਂਕਿ ਸੀਮੈਂਟ ਇੱਥੇ ਯੂਜ਼ ਕੀਤਾ ਗਿਆ, ਪਲਸਤਰ ਕੀਤਾ ਗਿਆ, ਪਰ ਇਸ ਇਮਾਰਤ ਦੇ ਵਿੱਚ ਕਮੀ ਇਹ ਗਈ ਕਿ ਇਹਦੇ ਵੀ ਜਿਹੜੇ ਪਿੱਲਰ ਹੈਗੇ ਨੇ ਉਹ ਇੱਟਾਂ ਦੇ ਹੈਗੇ ਨੇ। ਪਿੱਲਰ ਇੱਟਾਂ ਦੇ ਹੋਣ ਕਰਕੇ ਇਹ ਇਮਾਰਤ ਕਦ ਤੱਕ ਬੋਝ ਚੱਲੇਗੀ ਇਹ ਵੀ ਦੇਖਣਾ ਹੋਏਗਾ। ਪਰ ਉਸ ਤੋਂ ਪਹਿਲਾਂ ਕੋਈ ਹੋਰ ਹਾਦਸਾ ਨਾ ਵਾਪਰੇ, ਇਸ ਇਮਾਰਤ ਵੱਲ ਵੀ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ ਪਏਗਾ, ਕਿਉਂਕਿ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਅਜਿਹਾ ਜਾਨੀ ਨੁਕਸਾਨ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ, ਇਸ ਲਈ ਚੌਕਸੀ ਬੜੀ ਜ਼ਰੂਰੀ ਹੈਗੀ ਹੈ। ਇੱਥੋਂ ਤੱਕ ਤੁਸੀਂ ਦੇਖੋ ਕਿ ਉਹ ਇਮਾਰਤ ਸਾਹਮਣੇ ਡਿੱਗੀ, ਇੱਥੋਂ ਤੱਕ ਲੈਂਟਰ ਪਾਟ ਗਿਆ। ਇਸ ਕਰਕੇ ਅਜਿਹੀਆਂ ਸਾਵਧਾਨੀਆਂ ਵੱਲ ਬਹੁਤ ਗੌਰ ਕਰਨ ਦੀ ਲੋੜ ਹੈ। ਇਮਾਰਤ ਜਦੋਂ ਵੀ ਤੁਸੀਂ ਬਣਾਓ ਘੱਟੋ ਘੱਟ 4 ਫੁੱਟ ਤੁਹਾਡੀ ਜਿਹੜੀ ਡੂੰਘੀਆਂ ਨੀਹਾਂ ਹੋਣੀਆਂ ਚਾਹੀਦੀਆਂ ਨੇ। ਜੋ ਇੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ, ਮਿਸਤਰੀ ਨੇ, ਉਹਨਾਂ ਨੇ ਗੱਲ ਆਖੀ ਹੈ ਕਿ ਘੱਟੋ ਘੱਟ 4 ਫੁੱਟ ਜੇ ਡੂੰਘੀਆਂ ਤੁਹਾਡੀਆਂ ਨੀਹਾਂ ਹੈਗੀਆਂ ਨੇ। ਪਿਲਰਾਂ ਦੇ ਵਿੱਚ ਜੇ ਤੁਸੀਂ ਸਰੀਆ ਚੰਗਾ ਯੂਜ਼ ਕਰਦੇ ਹੋ 12 mm 16 mm ਜਿਹੜੇ ਉੱਪਰ ਜਿਹੜੇ ਪਿੱਲਰ ਪੈਂਦੇ ਨੇ ਉਹਨਾਂ ਦੇ ਵਿੱਚ 16 mm, ਕਿਉਂਕਿ ਉਹਨਾਂ ਨੇ ਵੀ ਭਾਰ ਚੱਲਣਾ ਹੁੰਦਾ ਤੇ ਇਸ ਕਰਕੇ ਤੁਸੀਂ 9 ਇੰਚ ਜਿਹੜਾ ਘੱਟੋ ਘੱਟ ਤੁਸੀਂ ਜਿਸ ਤੇ ਸਰੀਏ ਨੇ ਬੈਠਣਾ ਹੈ ਉਹ ਏਰੀਆ ਹੋਣਾ ਚਾਹੀਦਾ ਹੈ। ਪਰ ਇਸ ਇਮਾਰਤ ਦੇ ਵਿੱਚ ਇੱਥੇ ਬਹੁਤ ਸਾਰੀਆਂ ਕਮੀਆਂ ਖਾਮੀਆਂ ਇੱਥੇ ਨਜ਼ਰ ਆ ਰਹੇ ਨੇ, ਜੋ ਇੱਕ ਵੱਡਾ ਕਾਰਨ ਹੋ ਸਕਦਾ ਹਾਦਸੇ ਦਾ। ਡੇਰਾਬੱਸੀ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਨ ਮੋਹਯਾਲ ਦੀ ਰਿਪੋਰਟ, ਹਮਦਰ TV।